PSCB Board, Class 10th, Subject English. Topic: One word for many and their use in sentence. ਅਨੇਕ ਸ਼ਬਦਾਂ ਲਈ ਇੱਕ ਸ਼ਬਦ। ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨਾਲ ਇਹ ਟੌਪਿਕ ਤੁਹਾਡਾ ਵੋਕੈਬਲਰੀ ਸੈਕਸ਼ਨ ਦੇ ਵਿੱਚ ਆਣਾ ਹੀ ਆਣਾ ਹੈ। ਸੋ ਬੱਚੇ ਬਹੁਤ ਧਿਆਨ ਦੇ ਨਾਲ ਸਾਰੇ ਟੌਪਿਕ ਨੂੰ ਸਮਝਣਾ ਹੈ। ਸਾਰੇ ਵਰਡਸ ਮੈਂ ਬ੍ਰੇਕ ਕਰਕੇ ਬੋਲੂੰਗੀ ਤਾਂ ਕਿ ਤੁਹਾਨੂੰ ਸਮਝਣਾ ਜਿਹੜਾ ਹੈ ਈਜ਼ੀ ਲੱਗੇ, ਯਾਦ ਕਰਨਾ ਵੀ ਈਜ਼ੀ ਲੱਗੇ। ਫਸਟ, ਸਮਥਿੰਗ ਦੈਟ ਕੈਨ ਬੀ ਹਰਡ, ਉਹ ਆਵਾਜ਼ ਜੋ ਸੁਣੀ ਜਾ ਸਕੇ ਅਤੇ ਸਮਝੀ ਜਾ ਸਕੇ। ठीक है, आवाज़ सुन रही है वो सफिशेंट नहीं है, वो आवाज़ जो सुनी भी जाए समझ भी आवे ਉਹਨੂੰ ਕਹਾਂਗੇ ऑडिबल। ब्रेक कर लो इत्थे वर्ड ਨੂੰ ऑडिबल, ऑडिबल, ठीक है, जो सुनी जा सके। she spoke in a barely audible whisper, ਉਹਦੀ ਜਿਹੜੀ ਆਵਾਜ਼ ਹੈ ਇੰਨੀ ਕੁ ਘੱਟ ਹੈ ਕਿ ਉਹ ਮਸਾਂ ਹੀ ਸੁਣੀ ਜਾਂਦੀ ਹੈ। ਬੇਅਰਲੀ ਮਤਲਬ ਬਹੁਤ ਹੀ ਮੁਸ਼ਕਿਲ ਦੇ ਨਾਲ। ਸਮਥਿੰਗ ਰਿਟਨ ਬਾय ਐਨ ਅਨਨੋਨ ਪਰਸਨ, कुछ ऐसी खत पोइट्री कुछ भी जो किसी अनजान व्यक्ति द्वारा लिखी गई है, सानू नहीं पता वो किने लिखा है। एनोनिमस, एनोनिमस, इट इज एन एनोनिमस लेटर एज इट डज नॉट बियर द नेम ऑफ द राइटर। एक खत जिहड़ा किसी अनजान व्यक्ति द्वारा लिखा गया है क्योंकि उसके नीचे उसका नाम नहीं है। जिथे नहीं पता वो वर्ड है एनोनिमस। A written declaration made on oath in the presence of magistrate or a government official। ਰਿਟਨ ਦੇ ਵਿੱਚ ਜਦੋਂ ਅਸੀਂ ਕੋਈ ਦਸਤਾਵੇਜ਼ ਦਿੰਨੇ ਆ ਮੈਜਿਸਟ੍ਰੇਟ ਨੂੰ ਜਾਂ ਗਵਰਨਮੈਂਟ ਆਫੀਸ਼ੀਅਲ ਦੇ ਸਾਹਮਣੇ ਪੇਸ਼ ਕਰਦੇ ਆ, ਉਹਨੂੰ ਕਹਾਂਗੇ ਐਫੀਡੇਵਿਟ। ਐਫੀਡੇਵਿਟ। The applicant was asked to produce an affidavit that he was an Indian citizen। ਐਪਲੀਕੈਂਟ ਨੂੰ ਕਿਹਾ ਗਿਆ ਕਿ ਆਪਣਾ ਉਹ ਇੱਕ ਐਫੀਡੇਵਿਟ ਪ੍ਰਸਤੁਤ ਕਰੇ ਤਾਂ ਕਿ ਉਹ ਪ੍ਰੂਵ ਕਰ ਸਕੇ ਕਿ ਉਹ ਇੰਡੀਆ ਦਾ ਰਹਿਣ ਵਾਲਾ ਹੈ। ਬਹੁਤ ਸਾਰੇ ਡਾਕੂਮੈਂਟਸ ਹਨ ਜਿਹੜੇ ਆਪਾਂ ਨੂੰ ਦੱਸਦੇ ਆ ਕਿ ਆਪਾਂ ਇੰਡੀਆ ਦੇ ਰਹਿਣ ਵਾਲੇ ਆ। ਆਪਣਾ ਵੋਟਰ ਕਾਰਡ ਹੋ ਗਿਆ, ਆਧਾਰ ਕਾਰਡ ਹੋ ਗਿਆ, ਠੀਕ ਹੈ। ਨੈਕਸਟ, ਵਨ ਹੂ ਡਜ਼ ਨਾਟ ਬਿਲੀਵ ਇਨ ਗॉड। ਬਿਲੀਵ ਹੁੰਦਾ ਵਿਸ਼ਵਾਸ, ਉਹ ਜੋ ਪਰਮਾਤਮਾ ਤੇ ਵਿਸ਼ਵਾਸ ਨਹੀਂ ਕਰਦਾ। ਐਥੀਸਟ, he does not go to any temple because he is an atheist। ਉਹ ਮੰਦਿਰ ਨਹੀਂ ਜਾਂਦਾ ਕਿਉਂਕਿ ਉਹ ਅਥੀਸਟ ਹੈ। A government by one person or one party, ਜਦੋਂ ਸਰਕਾਰ ਨੂੰ ਚਲਾਉਣ ਵਾਲਾ ਇੱਕ ਵਿਅਕਤੀ ਹੋਵੇ ਜਾਂ ਇੱਕ ਗਰੁੱਪ ਹੋਵੇ, ਇੱਕ ਪਾਰਟੀ ਹੋਵੇ, ਉਹਨੂੰ ਕਹਾਂਗੇ ਆਟੋਕ੍ਰੇਸੀ। ਆਟੋਕ੍ਰੇਸੀ। ਮੋਸਟ ਆਫ ਦ ਕੰਟਰੀਜ਼ ਆਫ ਦ ਵਰਲਡ ਹੈਵ ਅਬੋਲਿਸ਼ਡ ਆਟੋਕ੍ਰੇਸੀਜ਼। ਬਹੁਤ ਸਾਰੇ ਮੁਲਕ ਜਿਹੜੇ ਨੇ ਦੁਨੀਆ ਦੇ, ਉਹਨਾਂ ਨੇ ਅਬੋਲਿਸ਼ ਮਤਲਬ ਖਤਮ ਕਰਨਾ, ਉਹਨਾਂ ਨੇ ਆਟੋਕ੍ਰੇਸੀ ਖਤਮ ਕਰ ਦਿੱਤੀ ਹੈ। ਐਂਡ ਹੈਵ ਸਵਿਚਡ ਮਤਲਬ ਉਹਨਾਂ ਨੇ ਤਬਦੀਲ ਕੀ ਕੀਤਾ ਹੈ ਔਨ ਟੂ ਦ ਡੈਮੋਕ੍ਰੈਟਿਕ ਫਾਰਮ ਆਫ ਗਵਰਨਮੈਂਟ। ਡੈਮੋਕ੍ਰੈਟਿਕ ਫਾਰਮ ਆਫ ਗਵਰਨਮੈਂਟ ਨੂੰ ਤਵੱਜੋ ਦਿੱਤੀ ਹੈ, ਇੰਪੋਰਟੈਂਸ ਦਿੱਤੀ ਹੈ। ਡੈਮੋਕ੍ਰੈਟਿਕ ਫਾਰਮ ਆਫ ਗਵਰਨਮੈਂਟ ਉਹੀ ਹੈ ਕਿ ਜਿੱਥੇ ਸਰਕਾਰ ਜਿਹੜੀ ਹੈ ਉਹ ਲੋਕਾਂ ਦੁਆਰਾ, ਉਹਨਾਂ ਦੀ ਵੋਟਸ ਦੁਆਰਾ ਚੁਣੀ ਜਾਂਦੀ ਹੈ। ਨੈਕਸਟ, ਅ ਵਰਡ ਆਪੋਜ਼ਿਟ ਇਨ ਮੀਨਿੰਗ, ਐਂਟੋਨੀਅਮ, ਵਿਰੋਧੀ ਸ਼ਬਦ। ਦ ਐਂਟੋਨੀਅਮ ਆਫ ਹਾਰਡ ਇਜ਼ ਸੌਫਟ। ਹਾਰਡ ਦਾ ਐਂਟੋਨੀਅਮ ਕੀ ਹੈ? ਸਖਤ ਦਾ ਸੌਫਟ। ਐਂਟੋਨੀਅਮ। ਨੈਕਸਟ, ਲਾਈਫ ਸਟੋਰੀ ਆਫ ਅ ਪਰਸਨ ਰਿਟਨ ਬਾय ਹਿਮਸੈਲਫ। ਜਦੋਂ ਕੋਈ ਇਨਸਾਨ ਆਪਦੀ ਜ਼ਿੰਦਗੀ ਦੀ ਕਥਾ ਹਿਮਸੈਲਫ ਮਤਲਬ ਆਪਣੇ ਆਪ ਲਿਖਦਾ ਹੈ, ਉਹਨੂੰ ਕਹਾਂਗੇ ਆਟੋਬਾਇਓਗ੍ਰਾਫੀ। ਦ ਆਟੋਬਾਇਓਗ੍ਰਾਫੀ ਆਫ ਮਹਾਤਮਾ ਗਾਂਧੀ ਇਜ਼ ਕਾਲਡ ਮਾਈ ਐਕਸਪੈਰੀਮੈਂਟਸ ਵਿਦ ਟਰੁਥ। ਜਿਹੜੀ ਆਟੋਬਾਇਓਗ੍ਰਾਫੀ ਉਹਨਾਂ ਦੀ ਜੀਵਨੀ ਹੈ, ਉਹਨਾਂ ਦਾ ਨਾਮ ਹੈ, ਉਸਦਾ ਨਾਮ ਹੈ ਮਾਈ ਐਕਸਪੈਰੀਮੈਂਟਸ ਵਿਦ ਟਰੁਥ। ਨੈਕਸਟ, ਮੈਡੀਸਨ ਟੂ ਕਾਊਂਟਰ ਐਕਟ ਦ ਇਫੈਕਟ ਆਫ ਪੋਇਜ਼ਨ। ਉਹ ਦਵਾਈ ਜਿਹੜੇ ਕਿਸੇ ਪੋਇਜ਼ਨ ਦੇ ਜ਼ਹਿਰ ਦੇ ਅਸਰ ਨੂੰ ਕਾਊਂਟਰੈਕਟ ਯਾਨੀ ਘੱਟ ਕਰਦੀ ਹੈ, ਖਤਮ ਕਰਦੀ ਹੈ, ਉਹਨੂੰ ਕਹਾਂਗੇ ਐਂਟੀਡੋਟ। ਐਂਟੀਡੋਟ। ਡੂ ਯੂ ਨੋ ਦ ਐਂਟੀਡੋਟ ਫॉर ਦਿਸ ਪੋਇਜ਼ਨ। ਕੀ ਤੁਹਾਨੂੰ ਇਸ ਦੇ ਪੋਇਜ਼ਨ ਦੇ ਐਂਟੀਡੋਟ ਬਾਰੇ ਪਤਾ ਹੈ? ਰਿਪਰੈਜ਼ੈਂਟੇਟਿਵ ਆਫ ਅ ਗਵਰਨਮੈਂਟ ਵਿਦ ਫੁੱਲ ਅਥਾਰਟੀ। ਸਰਕਾਰ ਦਾ ਇੱਕ ਐਸਾ ਨੁਮਾਇੰਦਾ ਜਿਸ ਕੋਲ ਪੂਰੀ ਪਾਵਰ ਹੋਵੇ, ਉਹਨੂੰ ਕਹਾਂਗੇ ਅੰਬੈਸਡਰ। ਕਈ ਵਾਰੀ ਸਾਡੇ ਮੁਲਕ ਤੋਂ ਕੋਈ ਨੁਮਾਇੰਦਾ ਭੇਜਿਆ ਜਾਂਦਾ ਕਿਸੇ ਹੋਰ ਮੁਲਕ ਲਈ ਤਾਂ ਉਹਨੂੰ ਪੂਰੀ ਪਾਵਰ ਦੇ ਕੇ ਭੇਜਿਆ ਜਾਂਦਾ, ਠੀਕ ਹੈ। ਜਾਂ ਕਿਸੇ ਹੋਰ ਮੁਲਕ ਦਾ ਆਉਂਦਾ ਸਾਡੇ ਦੇਸ਼ ਵਿੱਚ, ਉਹ ਵੀ ਪੂਰੀ ਪਾਵਰ ਨਾਲ ਆਉਂਦਾ ਤੇ ਜਿਹੜਾ ਕਿ ਸਾਡੇ ਦੇਸ਼ ਨੂੰ ਉੱਥੇ ਰਿਪਰੈਜ਼ੈਂਟ ਸ਼ੋ ਕਰਦਾ ਹੈ। ਦ ਗਵਰਨਰ ਆਫ ਆਰ ਸਟੇਟ
was an ambassador in Germany. ਸਾਡਾ ਗਵਰਨਰ ਜਿਹੜਾ ਸੀਗਾ ਸਾਡੀ ਸਟੇਟ ਦਾ ਉਹ ਕਿੱਥੇ ਸੀ ਅੰਬੈਸਡਰ ਸੀਗਾ ਇਨ ਜਰਮਨੀ ਬਿਫੋਰ ਹੀ ਜੁਆਇਨਡ ਹਿਸ ਪੋਸਟ ਇਸ ਪੋਸਟ ਤੋਂ ਆਉਣ ਤੋਂ ਪਹਿਲੇ ਅ ਵਰਡ ਦ ਮੀਨਿੰਗ ਆਫ ਵਿਚ ਇਜ਼ ਨਾਟ ਕਲੀਅਰ ਇੱਕ ਐਸਾ ਸ਼ਬਦ ਜਿਹਦਾ ਮਤਲਬ ਜਿਹੜਾ ਹੈਗਾ ਉਹ ਕਲੀਅਰ ਨਹੀਂ ਹੈਗਾ ਸਮਝ ਨਹੀਂ ਆ ਰਿਹਾ ਉਹਨੂੰ ਕਹਾਂਗੇ ambiguous ambiguous the minister's statement on the issue was quite ambiguous ਮਿਨਿਸਟਰ ਨੇਤਾ ਦੀ ਜਿਹੜੀ ਸਟੇਟਮੈਂਟ ਸੀ ਜੋ ਉਹਨਾਂ ਨੇ ਸਾਨੂੰ ਮਤਲਬ ਵਿਚਾਰ ਦਿੱਤੇ ਕਿਸੇ ਇਸ਼ੂ ਨੂੰ ਲੈ ਕੇ ਕਿਸੇ ਮੁੱਦੇ ਨੂੰ ਲੈ ਕੇ ਜੋ ਉਹਨਾਂ ਨੇ ਗੱਲ ਕਹੀ ਉਹ ਕੀ ਹੈ ਐਂਬੀਗਿਅਸ ਹੈ ਉਹ ਕਲੀਅਰ ਨਹੀਂ ਹੈ ਅ ਪਲੇਸ ਫॉर ਕੀਪਿੰਗ ਬਰਡਸ ਇੱਕ ਐਸਾ ਸਥਾਨ ਜਿੱਥੇ ਅਸੀਂ ਬਹੁਤ ਸਾਰੇ ਪੰਛੀ ਰੱਖ ਸਕਦੇ ਹਾਂ ਉਹਨੂੰ ਕਹਾਂਗੇ ਏਵਰੀ ਏਵਰੀ all types of birds can be seen in this aviary ਸਾਰੇ ਤਰ੍ਹਾਂ ਦੇ ਬਰਡਸ ਇਸ ਏਵਰੀ ਚ ਦੇਖੇ ਜਾ ਸਕਦੇ ਨੇ next a place for the storage of weapon ਇੱਕ ਐਸੀ ਜਗ੍ਹਾ ਜਿੱਥੇ ਵੈਪਨਸ ਨੂੰ ਰੱਖਿਆ ਜਾਂਦਾ ਉਹਨੂੰ ਕਹਾਂਗੇ arsenal arsenal where when the arsenal ਇੱਥੇ is ਲਿਖਿਆ ਦਾ ਬੇਟਾ ਇੱਥੇ in ਕਰੋ when the arsenal in Islamabad caught fire ਜਦੋਂ ਆਰਸਨਲ ਯਾਨੀ ਉਹ ਸਥਾਨ ਜਿੱਥੇ ਅਸਲਾ ਰੱਖਿਆ ਹੋਇਆ ਸੀ ਇਸਲਾਮਾਬਾਦ ਚ ਉੱਥੇ ਅੱਗ ਲੱਗ ਗਈ the Pakistan government had to suffer a great loss ਪਾਕਿਸਤਾਨ ਦੀ ਸਰਕਾਰ ਨੂੰ ਉਸ ਕਰਕੇ ਬਹੁਤ ਸਾਰਾ ਲਾਸ ਹੋਇਆ ਯਾਨੀ ਉਹਨਾਂ ਦਾ ਬਹੁਤ ਸਾਰਾ ਅਸਲਾ ਬਾਰੂਦ ਨੂੰ ਅੱਗ ਲੱਗ ਗਈ ਨੈਕਸਟ to increase the gravity of a situation ਕਿਸੇ ਚੀਜ਼ ਦੀ ਗ੍ਰੈਵਿਟੀ ਨੂੰ ਵਧਾਣਾ ਉਹਨੂੰ ਕਹਾਂਗੇ aggravate scratching a mosquito bite aggravate the itching for example ਮੱਛਰ ਨੇ ਕੱਟ ਲਿਆ ਤੁਸੀਂ ਬਾਰ-ਬਾਰ ਖਾਰਿਸ਼ ਕਰੋਗੇ ਉਹ ਖਾਰਿਸ਼ ਘੱਟ ਨਹੀਂ ਹੋਏਗੀ ਉਹ ਖਾਰਿਸ਼ ਵਧੀ ਜਾਏਗੀ ਤਾਂ ਉਹਨੂੰ ਕਹਾਂਗੇ ਕਿਸੇ ਵੀ ਸਿਚੁਏਸ਼ਨ ਦੀ ਗ੍ਰੈਵਿਟੀ ਨੂੰ ਵਧਾਣਾ aggravate the crime of setting things on fire ਇੱਕ ਐਸਾ ਜੁਰਮ ਜਦੋਂ ਚੀਜ਼ਾਂ ਨੂੰ ਅੱਗ ਲਗਾ ਦਿੱਤੀ ਜਾਂਦੀ ਉਹਨੂੰ ਕਹਾਂਗੇ arson in this factory caused a loss of property and machinery ਫੈਕਟਰੀ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਨੂੰ ਅੱਗ ਲਗਾ ਦਿੱਤੀ ਗਈ ਜਿਸ ਕਰਕੇ ਹੈਵੀ ਲਾਸ ਹੋਇਆ ਪ੍ਰਾਪਰਟੀ ਦਾ ਨਾਲੇ ਮਸ਼ੀਨਰੀ ਦਾ ਅ ਲਿਸਟ ਆਫ ਥਿੰਗ ਟੂ ਬੀ ਡਿਸਕਸਡ ਐਟ ਮੀਟਿੰਗ ਉਹ ਚੀਜ਼ਾਂ ਜਿਨ੍ਹਾਂ ਉਹ ਮੁੱਦੇ ਜਿਨ੍ਹਾਂ ਬਾਰੇ ਮੀਟਿੰਗ 'ਚ ਡਿਸਕਸ਼ਨ ਹੋਵੇ ਉਹਨੂੰ ਕਹਾਂਗੇ ਏਜੰਡਾ ਮੀਟਿੰਗ ਤੇ ਗਏ ਆ ਪੁਆਇੰਟਸ ਲੈ ਕੇ ਗਏ ਉਹ ਪੁਆਇੰਟਸ ਹੋ ਗਏ ਏਜੰਡਾ ਹੇਅਰ ਇਜ਼ ਦ ਏਜੰਡਾ ਫॉर ਦ ਮੀਟਿੰਗ ਟੂ ਬੀ ਹੈਲਡ ਟੁਮਾਰੋ ਇਹ ਉਹ ਏਜੰਡਾ ਹੈ ਜਿਹੜੀ ਕੱਲ ਵਾਲੀ ਮੀਟਿੰਗ ਦੇ ਵਿੱਚ ਅਸੀਂ ਡਿਸਕਸ ਕਰਨਾ ਹੈ ਨੈਕਸਟ ਸਟੇਟ ਆਫ ਗਰੋਥ ਬਿਟਵੀਨ ਬॉयहुड ਐਂਡ ਯੂਥ ਉਮਰ ਦਾ ਉਹ ਪੜਾਵ ਜਿੱਥੇ ਇੱਕ ਲੜਕਾ ਜਿਹੜਾ ਹੈ ਬॉयहुड ਹੈ ਤੇ ਯੂਥ ਜਵਾਨੀ ਠੀਕ ਹੈ ਬਚਪਨ ਤੇ ਜਵਾਨੀ ਦੇ ਵਿੱਚ ਦਾ ਜਿਹੜਾ ਪੀਰੀਅਡ ਹੈ ਉਹਨੂੰ ਕਹਾਂਗੇ ਐਡੋਲਸੈਂਸ ਉਹਨੂੰ ਕੀ ਕਹਾਂਗੇ ਐਡੋਲਸੈਂਸ adolescence is a very critical period in one's life adolescence ਜਿਹੜਾ ਸਮਾਂ ਹੈ ਜ਼ਿੰਦਗੀ 'ਚ ਕਿਸੇ ਵੀ ਚਾਹੇ ਉਹ ਬॉयਜ਼ ਹੈ ਚਾਹੇ ਉਹ ਗਰਲਸ ਹੈ ਉਹ ਬਹੁਤ ਹੀ ਕ੍ਰਿਟੀਕਲ ਸਮਾਂ ਹੁੰਦਾ ਹੈ ਠੀਕ ਹੈ ਉਹੀ ਇੱਕ ਸਮਾਂ ਕਿ ਜਦੋਂ ਤੁਸੀਂ ਆਪਣੀ ਜ਼ਿੰਦਗੀ ਨੂੰ ਜਾਂ ਤਾਂ ਬਣਾ ਸਕਦੇ ਹੋ ਜਾਂ ਆਪਣੀ ਜ਼ਿੰਦਗੀ ਨੂੰ ਵਿਗਾੜ ਸਕਦੇ ਹੋ ਜਿਵੇਂ ਕਿ ਟੀਨੇਜ ਆਪਾਂ ਕਹਿ ਦਿੰਨੇ ਆ 13 ਸਾਲ ਤੋਂ ਲੈ ਕੇ 19 ਸਾਲ ਤੱਕ ਜਿਹੜੀ ਉਮਰ ਹੈ ਇਹੀ ਉਹ ਜ਼ਿੰਦਗੀ ਦਾ ਮੇਨ ਪੀਕ ਪੁਆਇੰਟ ਹੈ ਕਿ ਜਿਹੜੀ ਸਾਡੀ ਜ਼ਿੰਦਗੀ ਨੂੰ ਬਣਾਉਂਦੀ ਹੈ ਅੱਜ ਮਿਹਨਤ ਕਰੋਗੇ ਤਾਂ ਆਉਣ ਵਾਲੀ ਜ਼ਿੰਦਗੀ 'ਚ ਬੈਠ ਕੇ ਖਾਓਗੇ ਅੱਜ ਅਗਰ ਅਯਾਸ਼ੀ ਕਰੋਗੇ ਬੇਈਮਾਨੀ ਕਰੋਗੇ ਨਹੀਂ ਮਿਹਨਤ ਕਰੋਗੇ ਤਾਂ ਆਉਣ ਵਾਲੀ ਜ਼ਿੰਦਗੀ ਜਿਹੜੀ ਹੈ ਤੁਹਾਡੀ ਬਹੁਤ ਹੀ ਮੁਸ਼ਕਿਲ ਅਤੇ ਮੁਸੀਬਤਾਂ ਨਾਲ ਭਰੀ ਹੋਏਗੀ ਨੈਕਸਟ ਅ ਕੈਰੇਜ ਫॉर ਦ ਸਿਕ ਐਂਡ ਦ ਵਾਉਂਡਡ ਕੈਰੇਜ ਮਤਲਬ ਉਹ ਗੱਡੀ ਜਿੱਥੇ ਕਿਸੇ ਜ਼ਖਮੀ ਨੂੰ ਬਿਮਾਰ ਨੂੰ ਜ਼ਖਮੀ ਨੂੰ ਲੈ ਕੇ ਜਾਇਆ ਜਾਂਦਾ ਉਹਨੂੰ ਕਹਾਂਗੇ ਐਂਬੂਲੈਂਸ The ambulance has been called to carry the patient to the hospital as he is in a very critical condition. Ambulance ਬੁਲਾਈ ਗਈ ਤਾਂ ਕਿ patient ਨੂੰ hospital ਦੇ ਵਿੱਚ ਲੈ ਕੇ ਜਾਇਆ ਜਾ ਸਕੇ ਕਿਉਂਕਿ ਉਹਦੀ condition ਜੋ ਹੈ ਉਹਦੇ ਸਿਹਤ ਜੋ ਹੈ ਬਹੁਤ ਭਿਆਨਕ ਸਥਿਤੀ ਦੇ ਵਿੱਚ ਹੈ Objects having life ਉਹ ਚੀਜ਼ਾਂ ਜਿਨ੍ਹਾਂ ਦੇ ਵਿੱਚ ਜਾਨ ਹੋਵੇ ਜੀਵਿਤ ਹੋਣ ਉਹਨੂੰ ਕਹਾਂਗੇ ਐਨੀਮੇਟ ਇਟ ਇਜ਼ ਅਵਰ ਸੈਕਰਡ ਡਿਊਟੀ ਟੂ ਸੇਫਗਾਰਡ ਆਲ ਐਨੀਮੇਟਸ ਸਾਡੀ ਇਹ ਡਿਊਟੀ ਬਣਦੀ ਹੈ ਕਿ ਅਸੀਂ ਹਰ ਉਹ ਜੀਵਿਤ ਵਸਤੂ ਦਾ ਧਿਆਨ ਰੱਖੀਏ ਅ ਸਟੇਟ ਵੇਅਰ ਨੋ ਗਵਰਨਮੈਂਟ ਐਗਜ਼ਿਸਟ
ਐਸੀ ਜਗ੍ਹਾ ਜਿੱਥੇ ਕੋਈ ਸਰਕਾਰ ਨਾ ਹੋਵੇ ਉਹਨੂੰ ਕਹਾਂਗੇ ਅਨਾਰਚੀ, ਅਨਾਰਚੀ। ਦ ਪ੍ਰੈਜ਼ੀਡੈਂਟ, ਆਫਟਰ ਦ ਪ੍ਰੈਜ਼ੀਡੈਂਟ lost control of the state, ਜਿਵੇਂ ਹੀ ਪ੍ਰੈਜ਼ੀਡੈਂਟ ਦਾ ਕੰਟਰੋਲ ਸਟੇਟ ਤੇ ਖਤਮ ਹੋ ਗਿਆ, there was complete anarchy in the country, ਇੱਕਦਮ ਉੱਥੇ ਅਨਾਰਚੀ ਫੈਲ ਗਈ, ਯਾਨੀ ਕਿ ਸ਼ਾਂਤੀ ਜਿਹੜੀ ਉਹ ਭੰਗ ਹੋ ਗਈ। liable to be called to account, accountable, ਜਦੋਂ ਕੋਈ ਕਿਸੇ ਚੀਜ਼ ਲਈ ਜ਼ਿੰਮੇਵਾਰ ਹੋਵੇ ਉਹਨੂੰ ਕਹਾਂਗੇ accountable। he is accountable to the manager, ਉਹ ਕੰਪਨੀ ਦੇ ਮੈਨੇਜਰ ਨੂੰ ਅਕਾਊਂਟੇਬਲ ਹੈ, ਉਸ ਦੇ ਲਈ ਜ਼ਿੰਮੇਵਾਰ ਹੈ। ਕਿਉਂ? for the losses incurred by him, ਅਗਰ ਉਸ ਕਰਕੇ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਹ ਕੰਪਨੀ ਦੇ ਮੈਨੇਜਰ ਨੂੰ ਅਕਾਊਂਟੇਬਲ ਹੈ, ਜ਼ਿੰਮੇਵਾਰ ਹੈ। an assembly of listener, a group of people ਜਿਹੜੇ ਬੈਠ ਕੇ ਸੁਣ ਰਹੇ ਨੇ ਉਹਨੂੰ ਕਹਾਂਗੇ audience, audience। the audience heard the speech of the leader very attentively, audience ਨੇ ਲੀਡਰ ਦੀ ਸਪੀਚ ਨੂੰ ਬਹੁਤ ਧਿਆਨ ਦੇ ਨਾਲ ਸੁਣਿਆ, attentively ਧਿਆਨ ਦੇ ਨਾਲ। a game or a work done for pleasure, ਇੱਕ ਐਸੀ ਗੇਮ, ਕੋਈ ਖੇਡ ਜਾਂ ਕੋਈ ਕੰਮ ਜੋ ਖੁਸ਼ੀ ਲਈ ਕੀਤਾ ਜਾਂਦਾ, pleasure means ਖੁਸ਼ੀ ਲਈ। amateur, ਉਹਨੂੰ ਕੀ ਕਹਾਂਗੇ? amateur। the player of our college team are amateur, ਸਾਡੇ ਜਿਹੜੇ ਕਾਲਜ ਟੀਮ ਦੇ ਪਲੇਅਰ ਨੇ ਉਹ ਖੁਸ਼ੀ ਦੇ ਨਾਲ ਖੇਡਦੇ ਨੇ, ਇਸ ਕਰਕੇ ਉਹਨਾਂ ਨੂੰ ਕਹਾਂਗੇ amateurs। one who live in a foreign country, ਉਹ ਇਨਸਾਨ ਜੋ ਕਿਤੇ ਬਾਹਰਲੇ ਮੁਲਕ 'ਚ ਰਹਿੰਦਾ ਉਹਨੂੰ ਕਹਾਂਗੇ alien। an englishman is an alien in the united state, ਇੰਗਲਿਸ਼ਮੈਨ ਜਿਹੜਾ ਉਹ ਏਲੀਅਨ ਹੈ ਯੂਨਾਈਟਿਡ ਸਟੇਟਸ 'ਚ, ਕਿਉਂਕਿ ਉਹ ਉਸ ਮੁਲਕ ਦਾ ਨਹੀਂ ਹੈ। ਗਵਰਨਮੈਂਟ ਬਾਏ ਦਾ ਆਫੀਸ਼ੀਅਲ, ਐਸੀ ਸਰਕਾਰ ਜਿੱਥੇ ਸਾਰੇ ਸਰਕਾਰੀ ਮੁਲਾਜ਼ਮ ਜਾਂ ਮੁਲਾਜ਼ਮ ਜਿਹੜੇ ਨੇ ਸਰਕਾਰ ਨੂੰ ਚਲਾਏ ਉਹਨੂੰ ਕਹਾਂਗੇ ਬਿਊਰੋਕ੍ਰੇਸੀ, ਬਿਊਰੋਕ੍ਰੇਸੀ। ਬਿਊਰੋਕ੍ਰੇਸੀ ਇਜ਼ ਮੋਰ ਇੰਪੋਰਟੈਂਟ ਇਨ ਆਫਿਸਿਸ ਦੈਨ ਦ ਇਲੈਕਟਿਡ ਗਵਰਨਮੈਂਟ, ਅਗਰ ਅਸੀਂ ਬਿਊਰੋਕ੍ਰੇਟਿਕ ਫਾਰਮ ਆਫ ਗਵਰਨਮੈਂਟ ਦੀ ਗੱਲ ਕਰੀਏ ਤਾਂ ਉੱਥੇ ਬਿਊਰੋਕ੍ਰੇਸੀ ਜ਼ਿਆਦਾ ਇੰਪੋਰਟੈਂਟ ਹੈ, ਕਿਹਨਾਂ ਦੇ ਕੰਪੇਰੇਬਲ? ਇਲੈਕਟਿਡ ਗਵਰਨਮੈਂਟ, ਚੁਣੀ ਹੋਈ ਸਰਕਾਰ ਤੋਂ ਜ਼ਿਆਦਾ ਇੰਪੋਰਟੈਂਟ ਕੌਣ ਹੈ? ਬਿਊਰੋਕ੍ਰੇਸੀ। ਕਦੋਂ? ਬਿਊਰੋਕ੍ਰੇਟਿਕ ਫਾਰਮ ਆਫ ਗਵਰਨਮੈਂਟ। ਮੈਰਿੰਗ ਟੂ ਵਾਈਫ ਔਰ ਹਸਬੈਂਡ, ਜਿਸ ਦੇ ਦੋ ਵਾਈਫਸ ਪਤਨੀ, ਦੋ ਪਤੀ ਹੋਣ ਉਹਨੂੰ ਕਹਾਂਗੇ ਬਾਇਗੈਮੀ। ਬਾਇਗੈਮੀ ਇਜ਼ ਕੰਸੀਡਰਡ ਅ sin ਪਾਪ ਐਂਡ ਅ ਕ੍ਰਾਈਮ, ਜੁਰਮ ਇਨ ਆਰ ਕੰਟਰੀ। ਬਾਇਗੈਮੀ ਜਿਹੜਾ ਹੈ ਉਹ ਸਾਡੇ ਦੇਸ਼ ਦੇ ਵਿੱਚ ਜੁਰਮ ਤੇ ਪਾਪ ਹੈ। ਅ ਮੈਨ ਹੂ ਇਜ਼ ਨਾਟ ਮੈਰਿਡ, ਉਹ ਆਦਮੀ ਜਿਸ ਦਾ ਵਿਆਹ ਨਹੀਂ ਹੋਇਆ ਉਹਨੂੰ ਕਹਾਂਗੇ ਬੈਚਲਰ। although he attained the age of 45, although ਜਦਕਿ ਉਸਦੀ ਉਮਰ, attain means ਪ੍ਰਾਪਤ ਹੋ ਗਈ, ਉਹਨੂੰ ਕਿੰਨੀ ਉਮਰ ਹੋ ਗਈ ਹੈ? 45, 45 ਸਾਲ। he is still a bachelor, ਉਹ ਅੱਜ ਵੀ ਕੁਵਾਰਾ ਹੈ, because ਕਿਉਂਕਿ he has not been able to select a girl of his choice so far, ਕਿਉਂਕਿ ਅੱਜ ਵੀ ਉਹਨੂੰ ਉਹਦੀ ਚੋਇਸ ਦੀ ਪਸੰਦ ਦੀ ਲੜਕੀ ਉਹਨੂੰ ਹਲੇ ਤੱਕ ਨਹੀਂ ਮਿਲੀ। that which can be broken easily, ਉਹ ਵਸਤੂ ਜਿਹੜੀ ਬੜੀ ਆਸਾਨੀ ਨਾਲ ਟੁੱਟ ਜਾਏ ਉਹਨੂੰ ਕਹਾਂਗੇ brittle। be careful in handling those articles, ਬਹੁਤ ਧਿਆਨ ਦੇ ਨਾਲ ਉਹਨਾਂ ਆਰਟੀਕਲਸ ਨੂੰ ਪਕੜੋ। ਆਰਟੀਕਲਸ ਕਾਦੇ ਬਣੇ ਹੋਏ? ਚੀਜ਼ਾਂ ਕਾਦੀ ਬਣੀ ਦੀਆਂ? ਕੱਚ ਦੀਆਂ, ਗਲਾਸ ਦੀਆਂ, as they are brittle, ਕਿਉਂਕਿ ਉਹ ਟੁੱਟਣ ਵਾਲੇ ਨੇ, ਟੁੱਟ ਜਾਣਗੇ। to speak ill of a person in his absence, ਕਿਸੇ ਦੇ ਪਿੱਠ ਪਿੱਛੇ ਉਹਦੀ ਐਬਸੈਂਸ ਦੇ ਵਿੱਚ ਉਹਦੇ ਬਾਰੇ ਬੁਰਾ ਬੋਲਣਾ, ਉਹਨੂੰ ਕਹਾਂਗੇ backbite। you should better say whatever you think about him in his presence, do not backbite। ਇੱਥੇ ਕਿਹਾ ਹੈ ਕਿ ਤੁਸੀਂ ਜਿਹੜਾ ਹੈਗਾ ਉਸਦੀ ਪ੍ਰੈਜ਼ੈਂਸ ਦੇ ਵਿੱਚ ਜੋ ਕੁਝ ਬੋਲਣਾ ਉਹਨੂੰ ਬੋਲੋ, ਉਹਦੇ ਪਿੱਛੋਂ ਉਹਦੀ ਬੈਕਬਾਈਟ ਨਾ ਕਰੋ, ਪਿੱਛੋਂ ਉਹਦੀ ਗੱਲਾਂ ਨਾ ਕਰੋ। a bunch of flower, ਫੁੱਲਾਂ ਦਾ ਗੁਲਦਸਤਾ, ਬੁਕੇ। he presented a bouquet to his beloved on her birthday, ਉਹਨੇ ਇੱਕ ਬੁਕੇ ਭੇਟ ਕੀਤਾ ਆਪਦੇ ਚਾਹਣ ਵਾਲੀ ਨੂੰ, ਕਦੋਂ? ਉਸਦੇ ਬਰਥਡੇ ਤੇ। the science which deal with life, ਉਹ ਸਾਇੰਸ ਜਿਹੜੀ ਜੀਵਿਤ ਚੀਜ਼ਾਂ ਦੇ ਨਾਲ ਡੀਲ ਕਰਦੀ ਹੈ ਉਹਨੂੰ ਕਹਾਂਗੇ ਬਾਇਓਲੋਜੀ। ਲਾਈਕ ਇਨਸਾਨਾਂ ਦੇ ਨਾਲ ਡੀਲ ਕਰਦੀ, ਇਨਸਾਨਾਂ 'ਚ ਜਾਨ ਹੈ, ਬਾਇਓਲੋਜੀ। he has studied biology so thoroughly, ਉਹਨੇ ਬਾਇਓਲੋਜੀ ਦੀ ਸਟੱਡੀ ਇੰਨੀ thoroughly ਮਤਲਬ ਡੀਪਲੀ ਕਰੀ ਹੈ that he is sure to stand first in this subject, ਉਹਨੂੰ ਉਮੀਦ ਹੈ ਕਿ ਇਸ ਵਾਰ ਉਹ ਇਸ ਸਬਜੈਕਟ ਦੇ ਵਿੱਚ ਫਰਸਟ ਆਏਗਾ। a girl who is about to be married, ਉਹ ਲੜਕੀ ਜਿਸ ਦਾ ਵਿਆਹ ਹੋਣ ਜਾ ਰਿਹਾ ਉਹਨੂੰ ਕਹਾਂਗੇ bride। at the time of her marriage, ਵਿਆਹ ਦੇ ਟਾਈਮ ਦੇ ਉੱਤੇ the bride was wearing attractive jewelry, ਜਿਹੜੀ ਬ੍ਰਾਈਡ ਸੀ ਉਹਨੇ ਬਹੁਤ ਹੀ ਲੁਭਾਵਨੀ ਜੁਐਲਰੀ ਪਹਿਨੀ ਹੋਈ ਸੀ। ਜੁਐਲਰੀ ਮਤਲਬ ਆਭੂਸ਼ਣ। a boy who is going to be married, ਇੱਕ ਲੜਕਾ ਜਿਹਦਾ ਵਿਆਹ ਹੋਣ ਜਾ ਰਿਹਾ ਉਹਨੂੰ ਕਹਾਂਗੇ bride groom। the bridegroom was so
happy at the time of the marriage, bridegroom बहुत खुश ਸੀ ਆਪਦੇ ਵਿਆਹ ਵੇਲੇ, that he willingly rode the mare even though he dreaded horse riding। ਉਹ ਬੜੇ ਹੀ ਖੁਸ਼ੀ-ਖੁਸ਼ੀ ਘੋੜੀ ਦੇ ਉੱਤੇ ਚੜ ਕੇ, ਜਦ ਕਿ ਉਹਨੂੰ ਹਾਰਸ ਰਾਈਡਿੰਗ ਤੋਂ ਵੀ ਡਰ ਲੱਗਦਾ ਸੀ। ਅਗਰ ਲੜਕੀ ਦਾ ਵਿਆਹ ਹੋ ਰਿਹਾ ਹੈ ਤਾਂ ਬ੍ਰਾਈਡ, ਲੜਕੇ ਦਾ ਵਿਆਹ ਹੋ ਰਿਹਾ ਹੈ ਤਾਂ ਬ੍ਰਾਈਡ ਗਰੂਮ। ਵਨ ਹੂ ਬਿਲੀਵ ਐਵਰੀਬਡੀ, ਉਹ ਜੋ ਹਰ ਇੱਕ ਤੇ ਜਲਦੀ ਨਾ ਵਿਸ਼ਵਾਸ ਕਰ ਜੇ, ਉਹਨੂੰ ਕਹਾਂਗੇ ਕ੍ਰੈਡੂਲਸ। ਹੀ ਇਜ਼ ਸੋ ਕ੍ਰੈਡੂਲਸ that he will never doubt anything what you say। ਉਹ ਕਦੀ ਵੀ ਤੁਹਾਡੇ ਦੀ ਕਿਸੇ ਗੱਲ ਤੇ ਵੀ ਸ਼ੱਕ ਨਹੀਂ ਕਰੇਗਾ, ਤੁਸੀਂ ਜੋ ਕਹੋਗੇ ਉਸ ਤੇ ਉਹ ਵਿਸ਼ਵਾਸ ਕਰੇਗਾ, ਉਹਨੂੰ ਕਹਾਂਗੇ ਕ੍ਰੈਡੂਲਸ। ਅ ਪਲੇਸ ਵੇਅਰ ਯੂ ਕੈਨ ਬਾਈ ਡਰਿੰਕਸ ਐਂਡ ਸਿੰਪਲ ਮੀਲ, ਉਹ ਐਸੀ ਜਗ੍ਹਾ ਜਿੱਥੇ ਤੁਸੀਂ ਸਿੰਪਲ ਡਰਿੰਕਸ ਮਤਲਬ ਕੋਈ ਵੀ ਚਾਹ, ਕੌਫੀ, ਕੋਲਡ ਡਰਿੰਕ ਲੈ ਸਕਦੇ ਹੋ ਤੇ ਸਿੰਪਲ ਹਲਕਾ ਫੁਲਕਾ ਖਾਣਾ ਲੈ ਸਕਦੇ ਹੋ, ਉਹਨੂੰ ਕਹਾਂਗੇ ਕੈਫੇ। ਅਲਕੋਹਲ ਇਜ਼ ਨਾਟ ਯੂਜੂਅਲੀ ਸਰਵਡ ਇਨ ਇੰਡੀਅਨ ਕੈਫੇਜ਼। ਅਲਕੋਹਲ ਯਾਨੀ ਕਿ ਸ਼ਰਾਬ ਜੋ ਹੈ ਉਹ ਹਿੰਦੁਸਤਾਨੀ ਕੈਫੇਜ਼ ਦੇ ਵਿੱਚ ਵਰਤਾਈ ਨਹੀਂ ਜਾਂਦੀ। ਅ ਲਿਸਟ ਆਫ ਨੇਮ ਆਫ ਬੁੱਕਸ, ਇੱਕ ਲਿਸਟ ਜਿਸ ਤੇ ਸਾਰੀ ਕਿਤਾਬਾਂ ਦੇ ਨਾਮ ਲਿਖੇ ਹੈ, ਉਹਨੂੰ ਕਹਾਂਗੇ ਕੈਟਾਲੌਗ। ਕੈਟਾਲੌਗ, ਆਈ ਹੈਵ ਬ੍ਰੌਟ ਅ ਕੈਟਾਲੌਗ ਆਫ ਬੁੱਕਸ, ਮੈਂ ਇੱਕ ਕੈਟਾਲੌਗ ਦੀ ਬੁੱਕ ਕੈਟਾਲੌਗ ਲਿਆਂਦੀ ਹੈ ਬੁੱਕਸ ਦੀ, ਰੀਸੈਂਟਲੀ ਪਬਲਿਸ਼ਡ ਬਾਈ ਦ NCERT, ਜਿਹਨੂੰ ਹੁਣੇ ਪਬਲਿਸ਼ ਕਿਹਨੇ ਕੀਤੀਆਂ ਨੇ, ਉਹ ਕਿਤਾਬਾਂ ਕਿਹਦੇ ਦੁਆਰਾ ਛਪੀਆਂ ਗਈਆਂ ਨੇ, NCERT। NCERT ਬੇਟਾ ਇੱਕ ਸੈਂਟਰਲ ਬੋਰਡ ਹੈ ਜਿਹੜਾ ਬਹੁਤ ਹੀ ਸਾਰੀ ਸਟੇਟਸ ਦੇ ਵਿੱਚ ਵੀ ਲਾਗੂ ਕੀਤਾ ਜਾਂਦਾ ਹੈ, ਠੀਕ ਹੈ। ਇਸ ਦੀ ਫੁੱਲ ਫਾਰਮ ਹੈ ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨ, ਰਿਸਰਚ ਐਂਡ ਟ੍ਰੇਨਿੰਗ। ਅ ਪੀਰੀਅਡ ਆਫ 100 years, ਇੱਕ ਸਮਾਂ 100 ਸਾਲਾਂ ਦੇ ਸਮੇਂ ਨੂੰ ਆਪਾਂ ਕਹਾਂਗੇ ਸੈਂਚੁਰੀ। ਡਾਇਨਾਸੌਰਸ ਇਨਹੈਬਿਟਡ ਦ ਅਰਥ ਸੈਂਚੁਰੀਜ਼ ਅਗੋ, ਡਾਇਨਾਸੌਰਸ ਨੇ ਕਾਫੀ ਸੈਂਚੁਰੀਜ਼ ਪਹਿਲੇ ਸਾਡੇ ਧਰਤੀ ਦੇ ਉੱਤੇ ਜਿਹੜੇ ਸੀ ਉਹ ਰਹਿੰਦੇ ਸੀ। A piece of machinery that used for mathematical calculation, ਮਸ਼ੀਨਰੀ ਦਾ ਉਹ ਮਸ਼ੀਨਰੀ ਜਿਸ ਦੇ ਨਾਲ ਅਸੀਂ ਮੈਥਮੈਟਿਕ ਦੀ ਕੈਲਕੂਲੇਸ਼ਨ ਕਰ ਸਕਦੇ ਹਾਂ, ਯਾਨੀ ਕਿ ਪਲੱਸ ਮਾਈਨਸ ਡਿਵੀਜ਼ਨ ਕਰ ਸਕਦੇ ਹਾਂ, ਉਸਨੂੰ ਕਹਾਂਗੇ ਕੈਲਕੂਲੇਟਰ। A calculator is not allowed to be used for arithmetical calculation, ਕੈਲਕੂਲੇਟਰ ਨੂੰ ਅਸੀਂ arithmetical calculation ਲਈ ਯੂਜ਼ ਨਹੀਂ ਕਰ ਸਕਦੇ, ਕਦੋਂ, during examination। The peak point of a story or a plot, ਕਹਾਣੀ ਦਾ ਉਹ ਸਮਾਂ ਜਦੋਂ ਕਹਾਣੀ ਦੇ ਸਾਰੇ ਰਾਜ਼ ਖੁੱਲਦੇ ਨੇ, ਯਾਨੀ ਕਿ ਅੰਤ ਤੋਂ ਪਹਿਲੇ ਦਾ ਜਿਹੜਾ ਸਮਾਂ ਹੁੰਦਾ ਹੈ, ਜਦੋਂ ਸਾਰੀਆਂ ਚੀਜ਼ਾਂ ਗੁੱਥੀਆਂ ਸੁਲਝਦੀਆਂ ਨੇ, ਉਹਨੂੰ ਕਹਿੰਦੇ ਆ ਕਲਾਈਮੈਕਸ। ਵੈਨ ਦ ਸਟੋਰੀ ਰੀਚਡ ਇਟਸ ਕਲਾਈਮੈਕਸ, ਜਦੋਂ ਸਟੋਰੀ ਆਪਦੇ ਕਲਾਈਮੈਕਸ ਤੇ ਪਹੁੰਚ ਗਈ, ਹੀ ਸਟਾਪਡ ਨਰੇਟਿੰਗ ਇਟ, ਉਸਨੇ ਕਹਾਣੀ ਸੁਣਾਉਣਾ ਬੰਦ ਕਰ ਦਿੱਤਾ। ਸੇਇੰਗ ਦੈਟ ਹੀ ਵੁੱਡ ਕੰਪਲੀਟ ਇਟ ਦ ਨੈਕਸਟ ਡੇ, ਉਹਨੇ ਕਿਹਾ ਕਿ ਇਸ ਨੂੰ ਹੁਣ ਉਹ ਅਗਲੇ ਦਿਨ ਕੰਪਲੀਟ ਕਰੇਗਾ। ਅ ਪਲੇਸ ਵੇਅਰ ਡੈਡ ਆਰ ਬਰੀਡ, ਉਹ ਜਗ੍ਹਾ ਜਿੱਥੇ ਮ੍ਰਿਤਕ ਨੂੰ ਦਫਨਾਇਆ ਜਾਂਦਾ, ਬਰਿਡ ਕੀਤਾ ਜਾਂਦਾ, ਉਹਨੂੰ ਕਹਾਂਗੇ ਸੈਮੇਟਰੀ। ਦ ਡੈਡ ਬੋਡੀ ਵਾਸ ਕੈਰੀਡ ਟੂ ਦ ਸੈਮੇਟਰੀ ਫॉर ਬਿਊਰਲ, ਡੈਡ ਬੋਡੀ ਨੂੰ ਸਿਮਟਰੀ ਚ ਲਿਆਇਆ ਗਿਆ ਤਾਂ ਕਿ ਉੱਥੇ ਉਹਨੂੰ ਦਫਨਾ ਦਿੱਤਾ ਜਾਵੇ। ਦੀ ਆਰਟ ਆਫ ਬਿਊਟੀਫੁਲ ਰਾਈਟਿੰਗ, ਕਲਾ, ਉਹ ਕਲਾ ਜਿੱਥੇ ਬਹੁਤ ਸੋਹਣੀ ਹੈਂਡ ਰਾਈਟਿੰਗ ਲਿਖੀ ਜਾਂਦੀ ਹੈ, ਉਸ ਕਲਾ ਨੂੰ ਕੀ ਕਿਹਾ ਜਾਂਦਾ, ਕੈਲੀਗ੍ਰਾਫੀ। ਕੈਲੀਗ੍ਰਾਫੀ। He has been given appointment, ਉਹਨੂੰ ਇੱਕ ਜੌਬ ਮਿਲੀ ਹੈ ਕਿੱਥੇ, in the editorial staff of the newspaper because he is adept at calligraphy। adept means ਮਾਹਿਰ, ਉਹ ਕੈਲੀਗ੍ਰਾਫੀ ਦੇ ਵਿੱਚ ਬਹੁਤ ਮਾਹਿਰ ਹੈ। ਬੱਚੇ ਤੁਸੀਂ ਸਾਰੇ ਵਰਡਸ ਅਗਰ ਬ੍ਰੇਕ ਕਰਕੇ ਯਾਦ ਕਰੋਗੇ, ਬ੍ਰੇਕ ਕਰਕੇ ਬੋਲੋਗੇ, ਯਾਦ ਕਰਨੇ ਵੀ ਸੌਖੇ ਰਹਿਣਗੇ, ਪ੍ਰੋਨਾਉਂਸ ਕਰਨੇ ਵੀ ਸੌਖੇ ਰਹਿਣਗੇ। ਹੁਣ ਆਪਾਂ ਇਹਦੀ ਇੱਕ ਛੋਟੀ ਜਿਹੀ ਪ੍ਰੈਕਟਿਸ ਐਕਸਰਸਾਈਜ਼ ਉਹਨੂੰ ਕਰਦੇ ਹਾਂ। fill in the blanks with the words given below, ਚਾਰ ਆਪਸ਼ਨ ਦਿੱਤੇ ਹੋਏ ਨੇ। ਦ ਚਿਲਡਰਨ ਰੀਚ ਡੈਸ਼ ਐਟ ਦ ਏਜ ਆਫ 13, ਇੱਕ ਬੱਚੇ ਜਿਹੜੇ ਨੇ ਉਹ 13 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਕੀ ਪੀਰੀਅਡ ਉਹਨੂੰ ਕਹਾਇਆ ਜਾਂਦਾ, ਉਸਨੂੰ ਆਪਾਂ ਕਹਾਂਗੇ ਐਡੋਲਸੈਂਸ। ਐਸੇ ਮੈਂ ਸਿਰਫ ਨੰਬਰ ਕਰ ਰਹੀ ਹਾਂ, ਐਡੋਲਸੈਂਸ, ਠੀਕ ਹੈ। ਸ਼ੀ ਡਜ਼ ਨਾਟ ਬਿਲੀਵ ਇਨ ਗੋਡ, ਸ਼ੀ ਇਜ਼ ਐਨ ਡੈਸ਼, ਉਹ ਪਰਮਾਤਮਾ ਤੇ ਵਿਸ਼ਵਾਸ ਨਹੀਂ ਕਰਦੀ ਕਿਉਂਕਿ ਉਹ ਕੀ ਹੈ, ਐਥੀਸਟ। The bird from different countries were kept in the, ਪੰਛੀ ਜਿਹੜੇ ਅਲੱਗ-ਅਲੱਗ ਦੇਸ਼ਾਂ ਤੋਂ ਲਿਆ ਕੇ ਕਿੱਥੇ ਰੱਖੇ ਗਏ ਨੇ, in the ivory। bones and nails become dash in the old age, ਹੱਡੀਆਂ ਤੇ ਨਾਖੂਨ ਡੈਸ਼ ਹੋ ਜਾਂਦੇ ਨੇ ਬੁਢੇਪੇ ਦੇ ਵਿੱਚ, brittle। 4, ਠੀਕ ਹੈ। next ਹੈ give one word for the following and use them in the sentence of your own। sentence ਤੁਸੀਂ ਆਪ ਬਣਾਓਗੇ ਬੇਟਾ, ਆਪਾਂ ਸਾਰੇ ਪਿੱਛੇ ਪ੍ਰੈਕਟਿਸ ਕਰ ਰਹੇ, ਫਿਲਹਾਲ ਆਪਾਂ ਇਹਨਾਂ ਨੂੰ ਸਟੱਡੀ ਕਰਦੇ। ਉੱਦਾਂ the word whose meaning is not clear, ਜਿਸ word ਦਾ meaning clear ਨਹੀਂ ਹੈ ਉਹਨੂੰ ਕਹਾਂਗੇ ambiguous।
टू increase the gravity of situation, किसी चीज ਦੀ gravity ਨੂੰ ਵਧਾਣਾ ਉਹਨੂੰ ਕਹਾਂਗੇ aggravate। one who believe everyone, ਜੋ ਜਲਦੀ ਦੂਜਿਆਂ ਤੇ ਵਿਸ਼ਵਾਸ ਕਰ ਲੈਂਦਾ ਉਹਨੂੰ ਕਹਾਂਗੇ credulous। government by the official, ਉਹ ਸਰਕਾਰ ਜਿੱਥੇ ਸਾਰੇ ਸਰਕਾਰੀ ਮੁਲਾਜ਼ਮ ਦੇਸ਼ ਤੇ ਰਾਜ ਕਰਦੇ ਨੇ ਜਾਂ ਦੇਸ਼ ਨੂੰ ਸੰਭਾਲਦੇ ਨੇ ਉਹਨੂੰ ਕਹਾਂਗੇ ਬਿਊਰੋਕ੍ਰੇਸੀ। one who play the game for pleasure, ਜਿਹੜੇ ਖੁਸ਼ੀ ਦੇ ਲਈ ਗੇਮ ਖੇਡਦੇ ਨੇ ਉਹਨੂੰ ਕਹਾਂਗੇ ਐਮੇਚਰ। ਠੀਕ ਹੈ, ਐਗਜ਼ਾਮ ਦੇ ਵਿੱਚ ਵੀ ਇਸੇ ਤਰ੍ਹਾਂ ਫਿਲਅਪ ਫਾਰਮ ਦੇ ਵਿੱਚ ਜਾਂ ਫਿਰ ਤੁਹਾਨੂੰ ਸਟੇਟਮੈਂਟ ਦਿੱਤੀ ਜਾਏਗੀ, ਉਹਦਾ ਵਨ ਵਰਡ ਲਿਖਣਾ ਪਏਗਾ, ਸੈਂਟੈਂਸ ਬਣਾਉਣਾ ਪਏਗਾ। ਇਸੇ ਤਰ੍ਹਾਂ ਐਗਜ਼ਾਮ ਦੇ ਵਿੱਚ ਵੀ ਇਹ ਕੁਐਸਚਨਸ ਆਣਗੇ। ਅਗਰ ਕੋਈ ਤੁਹਾਨੂੰ ਡਾਊਟ ਹੈ, ਕੁਝ ਨਹੀਂ ਸਮਝ ਮੇ ਆਂਦਾ, ਤਾਂ ਤੁਸੀਂ ਪਲੀਜ਼ ਕਮੈਂਟ ਦੇ ਵਿੱਚ ਉਹ ਮੈਂਸ਼ਨ ਕਰ ਦਿਓ। ਮੈਂ ਸ਼ੋਰਲੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਊਂਗੀ। ਥੈਂਕ ਯੂ ਬੇਟਾ।